ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਸਤਿਗੁਰਾਂ ਦੇ ਪਾਵਨ ਮਹਿਰਮਤ ਸਦਕਾ ਸਾਧ ਸੰਗਤ ਜੀ ਅੱਜ ਧੰਨ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਸਤਿਗੁਰਾਂ ਦਾ ਪਾਵਨ ਗੁਰਗੱਦੀ ਨਿਸ਼ਾਨੀ ਦਿਹਾੜਾ ਹੈ, ਜਿਸ ਉਪਲਕਸ਼ ਵਿੱਚ ਆਪ ਸੰਗਤਾਂ ਦੇ ਨਾਲ ਕੁਝ ਵਿਚਾਰਾਂ ਸਤਿਗੁਰਾਂ ਦੇ ਪਾਵਨ ਇਤਿਹਾਸ ਵਿੱਚੋਂ ਸਾਂਝੀਆਂ ਕਰਨੀਆਂ ਨੇ। ਆਓ ਆਪ ਜਿਤਨੇ ਧੰਨ ਸਤਿਗੁਰ ਕੀ ਪਾਵਨ ਬਾਣੀ ਦੀ ਵਿਚਾਰ ਨਾਲ ਜੁੜ ਬੈਠੇ ਹੋ, ਇਹਨਾਂ ਪਾਵਨ ਬਚਨਾਂ ਨੂੰ ਵਿਚਾਰਨ ਤੋਂ ਪਹਿਲਾਂ ਸਤਿਗੁਰਾਂ ਦੀ ਬਖਸ਼ੀ ਹੋਈ ਪਾਵਨ ਫਤਿਹ ਨਾਲ ਸਾਂਝ ਪਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਸਤਿਗੁਰਾਂ ਨੂੰ ਗੁਰਤਾ ਗੱਦੀ ਦੀ ਜ਼ਿੰਮੇਵਾਰੀ 1675 ਈਸਵੀ ਦੇ ਅੰਦਰ ਮਿਲਦੀ ਹੈ। ਸਤਿਗੁਰਾਂ ਦੀ ਗੁਰਤਾ ਗੱਦੀ ਦੇ ਬਾਬਤ ਇਤਿਹਾਸ ਵਿੱਚ ਦੋ ਤਰ੍ਹਾਂ ਦੀਆਂ ਵਿਚਾਰਾਂ ਸਾਧ ਸੰਗਤ ਜੀ ਨੇ ਜਿਹੜੀਆਂ ਆਮ ਪ੍ਰਚਲਿਤ ਨੇ। ਸਾਹਿਬ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਚਰਨਾਂ ਦੇ ਅੰਦਰ ਪੰਡਤ ਕਿਰਪਾ ਰਾਮ ਅਤੇ ਉਹਨਾਂ ਦੇ ਨਾਲ ਕੁਝ ਕੁ ਜਿਹੜੇ ਹੋਰ ਉਹਨਾਂ ਦੇ ਅਨੁਯਾਈ ਸਨ, ਉਹਨਾਂ ਦੇ ਧਰਮ ਦੇ ਜਿਹੜੇ ਆਗੂ ਸਨ, ਉਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਦੀ ਸ਼ਰਨ ਵਿੱਚ ਆਨੰਦਪੁਰ ਸਾਹਿਬ ਜੀ ਦੇ ਅੰਦਰ ਆਏ। ਇੱਥੇ ਆਣ ਕਰਕੇ ਉਹਨਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਚਰਨਾਂ ਵਿੱਚ ਬੇਨਤੀ ਕੀਤੀ ਕਿ ਦਾਤਾਰ ਪਿਤਾ, ਸਾਡੇ ਉੱਪਰ, ਸਾਡੇ ਧਰਮ ਦੇ ਉੱਤੇ ਔਰੰਗਜ਼ੇਬ ਵੱਲੋਂ ਅਤ ਜ਼ੁਲਮ ਦੀ ਅਤ ਕੀਤੀ ਜਾ ਰਹੀ ਹੈ। ਰੋਜ਼ਾਨਾ ਅਨੇਕਾਂ ਹੀ ਹਿੰਦੂ ਧਰਮ ਮੰਨਣ ਵਾਲਿਆਂ ਨੂੰ ਇਸ ਕਰਕੇ ਮਾਰ ਦਿੱਤਾ ਜਾਂਦਾ ਹੈ ਕਿ ਉਹ ਦੂਜੇ ਧਰਮ ਦੇ ਨੇ, ਭਾਵ ਉਹ ਹਿੰਦੂ ਧਰਮ ਦੇ ਨੇ। ਜ਼ਬਰੀ ਉਹਨਾਂ ਦਾ ਧਰਮ ਤਬਦੀਲ ਕੀਤਾ ਜਾਂਦਾ ਹੈ। ਜਿਹੜਾ ਧਰਮ ਤਬਦੀਲ ਕਰ ਲੈਂਦਾ ਹੈ ਉਹਦੀ ਜਾਨ ਬਚ ਜਾਂਦੀ ਹੈ, ਤੇ ਜਿਹੜਾ ਧਰਮ ਤਬਦੀਲ ਕਰਨ ਤੋਂ ਮਨਾ ਕਰਦਾ ਹੈ ਉਹਨੂੰ ਮਾਰ ਦਿੱਤਾ ਜਾਂਦਾ ਹੈ। ਔਰ ਇਹ ਵੀ ਸਾਧ ਸੰਗਤ ਜੀ ਇੱਕ ਵਿਚਾਰਨ ਵਾਲੀ ਗੱਲ ਹੈ ਵੀ ਔਰੰਗਜ਼ੇਬ ਨੇ ਇਸ ਲਈ ਜਿਹੜਾ ਇਲਾਕਾ ਚੁਣਿਆ ਸੀ ਉਹ ਸੀ ਕਸ਼ਮੀਰ ਦਾ ਇਲਾਕਾ, ਕਿਉਂਕਿ ਕਸ਼ਮੀਰ ਦੇ ਇਲਾਕੇ ਦੇ ਅੰਦਰ ਤਕਰੀਬਨ ਕਸ਼ਮੀਰੀ ਪੰਡਤ ਜਿਹੜੇ ਸਨ ਉਹ ਰਹਿੰਦੇ ਸਨ, ਤੇ ਕਸ਼ਮੀਰੀ ਪੰਡਤ ਜਿਨ੍ਹਾਂ ਦੇ ਬਲਬੂਤੇ ਤੇ ਸਮਾਜ ਦੇ ਅੰਦਰ, ਲੋਕਾਈ ਦੇ ਅੰਦਰ ਹਿੰਦੂ ਧਰਮ ਦੀ ਵਾਰਤਾ, ਹਿੰਦੂ ਧਰਮ ਦੀ ਵਿਚਾਰ ਜਿਹੜੀ ਸੀ ਉਹ ਪਹੁੰਚਦੀ ਸੀ। ਤੇ ਸਭ ਤੋਂ ਪਹਿਲਾਂ ਅਟੈਕ ਇਸੇ ਕਰਕੇ ਕਸ਼ਮੀਰ ਦੀ ਧਰਤੀ ਤੇ ਕੀਤਾ ਗਿਆ ਸੀ, ਕਿਉਂਕਿ ਪੰਡਤ ਕਿਰਪਾ ਰਾਮ ਤੇ ਉਹਨਾਂ ਦੇ ਨਾਲ ਜਿਹੜਾ ਡੈਲੀਗੇਸ਼ਨ ਧੰਨ ਗੁਰੂ ਕਲਗੀਧਰ ਸਾਹਿਬ ਜੀ ਦੇ ਚਰਨਾਂ ਵਿੱਚ ਆਇਆ ਸੀ, ਉਹ ਕਸ਼ਮੀਰ ਦੇ ਅੰਦਰੋਂ ਹੀ ਚੱਲ ਕੇ ਆਏ ਸਨ। ਅਸੀਂ ਆਮ ਇਹ ਕਹਿ ਦਿੰਦੇ ਹਾਂ ਕਸ਼ਮੀਰੀ ਪੰਡਤ, ਇਸੇ ਕਰਕੇ ਸ਼ਬਦ ਵਰਤਿਆ ਜਾਂਦਾ ਹੈ ਕਿਉਂਕਿ ਉਹ ਕਸ਼ਮੀਰ ਦੇ ਅੰਦਰ ਰਹਿਣ ਵਾਲੇ ਸਨ। ਰੋਜ਼ਾਨਾ ਇਹਨਾਂ ਦੇ ਧਰਮ ਦੇ ਅਨੁਯਾਈ, ਧਰਮ ਨੂੰ ਮੰਨਣ ਵਾਲਿਆਂ ਨੂੰ ਇਸ ਕਰਕੇ ਕਤਲ ਕੀਤਾ ਜਾਣ ਲੱਗਾ ਕਿਉਂਕਿ ਉਹ ਆਪਣਾ ਧਰਮ ਨਹੀਂ ਸਨ ਛੱਡਣਾ ਚਾਹੁੰਦੇ। ਪੰਡਤ ਕਿਰਪਾ ਰਾਮ ਤੇ ਹੋਰ ਜਿਹੜੇ ਇਹਨਾਂ ਦੇ ਨਾਲ ਆਏ ਡੈਲੀਗੇਸ਼ਨ ਅੰਦਰ, ਉਹਨਾਂ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਚਰਨਾਂ ਵਿੱਚ ਬੇਨਤੀ ਕੀਤੀ। ਸਾਹਿਬ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਉਹਨਾਂ ਦੀ ਵਿਚਾਰ ਨੂੰ ਸੁਣਦੇ ਨੇ ਤੇ ਸੁਭਾਵਿਕ ਇੱਕ ਬਚਨ ਕਹਿੰਦੇ ਨੇ ਵੀ ਇਸ ਵਕਤ ਇਸ ਜ਼ੁਲਮ ਨੂੰ ਤਾਂ ਹੀ ਰੋਕਿਆ ਜਾ ਸਕਦਾ ਹੈ ਜੇ ਕੋਈ ਇਸ ਜ਼ੁਲਮ ਨੂੰ ਕਰਨ ਵਾਲੇ ਦੇ ਸਾਹਮਣੇ ਅੜ ਕੇ ਖੜਾ ਹੋ ਜਾਏ। ਭਾਵੇਂ ਹੈ ਵੀ ਜੇ ਜ਼ੁਲਮੀ ਦੀ ਤਲਵਾਰ ਨੂੰ ਰੋਕਣਾ ਹੈ ਤੇ ਉਸ ਤਲਵਾਰ ਨੂੰ ਰੋਕਣ ਦੇ ਲਈ ਉਸ ਤਲਵਾਰ ਦੇ ਅੱਗੇ ਅੜ ਕੇ ਖੜਾ ਹੋਣਾ ਚਾਹੀਦਾ ਹੈ ਕਿਸੇ ਨੂੰ। ਸਾਹਿਬ ਧੰਨ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਨੂੰ ਪੰਡਤ ਕਿਰਪਾ ਰਾਮ ਕਹਿਣ ਲੱਗਾ, ਸਤਿਗੁਰੂ, ਅਸੀਂ ਇਸੇ ਕਰਕੇ ਆਪ ਜੀ ਦੀ ਸ਼ਰਨ ਵਿੱਚ ਆਏ ਹਾਂ। ਅਸੀਂ ਸਭ ਵਸੀਲੇ ਕਰਕੇ ਵੇਖ ਲਏ ਨੇ, ਅਸੀਂ ਸਭ ਅਰਦਾਸਾਂ ਬੇਨਤੀਆਂ ਆਪਣੇ ਧਰਮ ਦੇ ਇਸ਼ਟਾਂ ਦੇ ਅੱਗੇ ਕਰਕੇ ਵੇਖ ਲਈਆਂ ਨੇ, ਪਰ ਤੁਹਾਡੀ ਸ਼ਰਨ ਵਿੱਚ ਇਸੇ ਕਰਕੇ ਆਏ ਹਾਂ ਕਿ ਤੁਸੀਂ ਸਾਡੀ ਬਾਂਹ ਪਕੜੋ। ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਚਰਨਾਂ ਵਿੱਚ
ਉਸ ਵੇਲੇ ਭਰੀ ਸੰਗਤ ਦੇ ਵਿੱਚ ਧੰਨ ਗੁਰੂ ਗੋਬਿੰਦ ਰਾਏ ਜੀ, ਜਿਨ੍ਹਾਂ ਦੀ ਉਮਰ ਤਕਰੀਬਨ 9 ਸਾਲ ਦੀ ਹੈ, ਉਹਨਾਂ ਨੇ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਦੀ ਵਿਚਾਰ ਉਹਨਾਂ ਕਸ਼ਮੀਰੀ ਪੰਡਤਾਂ ਦੇ ਨਾਲ ਗੱਲਬਾਤ ਹੁੰਦੀ ਸੁਣੀ ਤੇ ਆਪਣੇ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਨੂੰ ਬਚਨ ਕਹੇ ਕਿ ਪਿਤਾ ਜੀ, ਤੁਹਾਡੇ ਤੋਂ ਵੱਡਾ ਧਰਮੀ ਪੁਰਖ ਕੌਣ ਹੋ ਸਕਦਾ ਹੈ। ਵੈਸੇ ਵੀ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਘਰ ਦੀ ਇਹ ਮਰਿਆਦਾ, ਇਹ ਰੀਤ ਹੈ, ਇਹ ਤੇ ਹਮੇਸ਼ਾ ਹਰ ਇੱਕ ਆਏ ਦੀ ਬਾਹ ਫੜੀ ਜਾਂਦੀ ਹੈ ਤੇ ਸਤਿਗੁਰ ਇਹਨਾਂ ਦੀ ਬਾਹ ਤੁਸੀਂ ਫੜੋ। ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਆਪਣੇ ਪੁੱਤਰ ਗੋਬਿੰਦ ਰਾਏ ਨੂੰ ਆਪਣੀ ਗਲਵਕੜੀ ਵਿੱਚ ਲਿਆ, ਬੜਾ ਪਿਆਰ ਕੀਤਾ ਔਰ ਇਹ ਬਚਨ ਕਹੇ ਕਿ ਬੇਟਾ, ਤੁਹਾਡੇ ਤੋਂ ਇਹੀ ਆਸ ਤੇ ਇਹੀ ਉਮੀਦ ਸੀ। ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਕਹਿੰਦੇ ਨੇ ਉਸ ਵਕਤ ਪੰਡਤਾਂ ਨੂੰ, ਕਸ਼ਮੀਰੀ ਪੰਡਤਾਂ ਨੂੰ, ਪੰਡਤ ਕਿਰਪਾ ਰਾਮ ਨੂੰ ਇਹ ਕਹਿੰਦੇ ਨੇ ਵੀ ਤੁਸੀਂ ਜਾਓ ਤੇ ਜਾ ਕਰਕੇ ਕਹਿ ਦਿਓ ਕਿ ਸਾਡੇ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ, ਉਹਨਾਂ ਤੇ ਸਾਡਾ ਪੂਰਨ ਨਿਸ਼ਚੈ ਹੈ ਔਰ ਜੇਕਰ ਆਪਣਾ ਧਰਮ ਤਬਦੀਲ ਕਰ ਲੈਣਗੇ ਤੇ ਅਸੀਂ ਸਭ ਖੁਸ਼ੀ ਆਪਣਾ ਧਰਮ ਤਬਦੀਲ ਕਰ ਲਵਾਂਗੇ। ਪੰਡਤ ਕਿਰਪਾ ਰਾਮ ਅਤੇ ਉਹਨਾਂ ਦੇ ਨਾਲ ਗਏ ਹੋਏ ਉਹਨਾਂ ਦੇ ਹੋਰ ਅਨੁਯਾਈਆਂ, ਉਹਨਾਂ ਦੀ ਗੱਲਬਾਤ ਸੁਣ ਕੇ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੀ ਗ੍ਰਿਫਤਾਰੀ ਦੇ ਲਈ ਸਤਿਗੁਰਾਂ ਨੂੰ ਦਿੱਲੀ ਆਉਣ ਦੇ ਲਈ ਲਿਖਿਤ ਜਿਹੜੇ ਸੈਨਿਕ ਸਨ ਔਰੰਗਜ਼ੇਬ ਵੱਲੋਂ ਭੇਜੇ ਗਏ ਚਿੱਠੀ ਦੇ ਕੇ ਵੀ ਤੁਸੀਂ ਦਿੱਲੀ ਦੀ ਧਰਤੀ ਤੇ ਸਾਨੂੰ ਮਿਲੋ। ਸਹਿਬ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਿੱਲੀ ਦੀ ਧਰਤੀ ਵੱਲ ਰਵਾਨਾ ਹੁੰਦੇ ਨੇ। ਕੁਝ ਇਤਿਹਾਸਕਾਰ ਲਿਖਦੇ ਨੇ ਵੀ ਸਤਿਗੁਰ ਜਦੋਂ ਦਿੱਲੀ ਦੀ ਧਰਤੀ ਤੇ ਰਵਾਨਾ ਹੋਣ ਲੱਗੇ, ਉਸ ਵੇਲੇ ਸਤਿਗੁਰ ਪਾਤਸ਼ਾਹ ਜੀ ਗੁਰਤਾ ਗੱਦੀ ਦੀ ਜ਼ਿੰਮੇਵਾਰੀ ਗੁਰੂ ਗੋਬਿੰਦ ਰਾਏ ਜੀ ਨੂੰ ਦੇ ਕਰਕੇ ਗਏ, ਕਿਉਂਕਿ ਸਾਧ ਸੰਗਤ ਇਹ ਗੁਰੂ ਘਰ ਦੀ ਰੀਤ ਚੱਲੀ ਹੋਈ ਆਈ ਹੈ ਕਿ ਸਤਿਗੁਰਾਂ ਨੇ ਆਪਣੀ ਹਯਾਤੀ ਦੇ ਵਿੱਚ ਹੀ ਅਗਲੇ ਗੁਰੂ ਨੂੰ ਗੁਰਤਾ ਗੱਦੀ ਦੀ ਜ਼ਿੰਮੇਵਾਰੀ ਦਿੱਤੀ ਹੈ। ਧੰਨ ਗੁਰੂ ਨਾਨਕ ਪਾਤਸ਼ਾਹ ਜੀ, ਉਹਨਾਂ ਆਪਣੀ ਹਯਾਤੀ ਵਿੱਚ ਗੁਰੂ ਅੰਗਦ ਦੇਵ ਸਾਹਿਬ ਜੀ ਨੂੰ ਗੁਰਤਾ ਗੱਦੀ ਦਿੱਤੀ। ਗੁਰੂ ਅੰਗਦ ਦੇਵ ਪਾਤਸ਼ਾਹ ਜੀ ਤੋਂ ਲੈ ਕਰਕੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਤੱਕ ਸਭ ਗੁਰੂ ਸਾਹਿਬਾਨਾਂ ਨੇ ਆਪਣੀ ਹਯਾਤੀ ਵਿੱਚ ਗੁਰਤਾ ਗੱਦੀ ਦੀ ਜ਼ਿੰਮੇਵਾਰੀ ਦਿੱਤੀ ਹੈ। ਕੁਝ ਇਤਿਹਾਸਕਾਰਾਂ ਦਾ ਇਹ ਮੰਨਣਾ ਹੈ ਤਕਰੀਬਨ ਜੂਨ ਜੁਲਾਈ ਦਾ ਮਹੀਨਾ 1675 ਦੇ ਅੰਦਰ ਜਦੋਂ ਸਤਿਗੁਰ ਜੀ ਦਿੱਲੀ ਦੀ ਧਰਤੀ ਵੱਲ ਰਵਾਨਾ ਹੋਣ ਲੱਗੇ ਨੇ, ਸਤਿਗੁਰ ਜੀ ਗੁਰਤਾ ਗੱਦੀ ਦੀ ਜ਼ਿੰਮੇਵਾਰੀ ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਨੂੰ ਦੇ ਕੇ ਗਏ। ਪ੍ਰਿੰਸੀਪਲ ਸਤਬੀਰ ਸਿੰਘ ਜੀ, ਉਹਨਾਂ ਨੇ ਬਕਾਇਦਾ ਇਸ ਗੱਲ ਦਾ ਜ਼ਿਕਰ ਆਪਣੀ ਪੁਸਤਕ ਦੇ ਅੰਦਰ ਕੀਤਾ ਹੈ। ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਨੂੰ ਸੰਬੋਧਿਤ ਹੋ ਕੇ ਜਿਹੜੀ ਉਹਨਾਂ ਨੇ ਕਿਤਾਬ ਲਿਖੀ ਹੈ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਪਾਵਨ ਜੀਵਨ ਦੇ ਉੱਪਰ, ਉਸ ਅੰਦਰ ਉਹਨਾਂ ਨੇ ਜ਼ਿਕਰ ਕੀਤਾ ਵੀ ਗੁਰੂ ਪਾਤਸ਼ਾਹ ਜੀ ਦਿੱਲੀ ਰਵਾਨਾ ਹੋਣ ਤੋਂ ਪਹਿਲਾਂ ਗੁਰਤਾ ਗੱਦੀ ਦੀ ਜ਼ਿੰਮੇਵਾਰੀ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੂੰ ਦੇ ਕਰਕੇ ਗਏ ਨੇ। ਪਰ ਕੁਝ ਇਤਿਹਾਸਕਾਰਾਂ ਦਾ ਮੰਨਣਾ ਇਹ ਹੈ ਵੀ ਜਦੋਂ ਸਤਿਗੁਰ ਪਾਤਸ਼ਾਹ ਜੀ ਦੀ ਗ੍ਰਿਫਤਾਰੀ ਹੁੰਦੀ ਹੈ, ਸਾਹਿਬਾਂ ਨੂੰ ਦਿੱਲੀ ਲਿਆਂਦਾ ਜਾਂਦਾ ਹੈ। ਇੱਥੇ ਦਿੱਲੀ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਤੇ ਸਾਹਿਬਾਂ ਦੇ ਪਿਆਰੇ 3 ਗੁਰਸਿੱਖ ਭਾਈ ਮਤੀ ਦਾਸ, ਭਾਈ ਸਤੀ ਦਾਸ ਤੇ ਭਾਈ ਦਿਆਲਾ ਜੀ, ਉਹਨਾਂ ਨੂੰ ਗ੍ਰਿਫਤਾਰ ਕਰਕੇ ਕੈਦ ਕੀਤਾ ਜਾਂਦਾ ਹੈ। ਉਸ ਵਕਤ ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਪਰਥਾਏ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਗੁਰਤਾ ਗੱਦੀ ਦੀ ਜ਼ਿੰਮੇਵਾਰੀ ਲਈ ਇਤਿਹਾਸਕਾਰ ਇਹ ਲਿਖਦਾ ਹੈ ਵੀ ਭਾਈ ਗੁਰਦਿੱਤਾ ਜੀ ਨੂੰ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਇੱਕ ਨਾਰੀਅਲ ਤੇ 5 ਪੈਸੇ ਦੇ ਕੇ, ਕਿਉਂਕਿ ਇਹ ਰੀਤ ਚੱਲੀ ਆਈ। ਹਾਲਾਂਕਿ ਜੇ ਗੁਰਮਤ ਦੀ ਕਸਵੱਟੀ ਤੇ ਨਾਰੀਅਲ ਜਾਂ 5 ਪੈਸਿਆਂ ਦੀ ਗੱਲ ਵੇਖੀਏ, ਇਹ ਇੱਕ ਸੰਸਾਰਿਕ ਰੀਤ ਸੀ ਜਿਹੜੀ ਅਕਸਰ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੇ ਵਕਤ ਤੇ ਅਸੀਂ ਮੰਨੀ ਜਾ ਸਕਦੀ ਹੈ, ਗੁਰੂ ਅੰਗਦ ਦੇਵ ਸਾਹਿਬ ਜੀ ਦੇ ਵਕਤ ਮੰਨੀ ਜਾ ਸਕਦੀ ਹੈ। ਪਰ ਇੱਕ ਲੰਮੇ ਅਰਸੇ ਤੋਂ ਬਾਅਦ ਜਦੋਂ ਗੁਰਮਤ ਦਾ ਇੰਨਾ ਪ੍ਰਚਾਰ ਹੋ ਗਿਆ, ਸਭ ਵਹਿਮ ਭਰਮ ਸਤਿਗੁਰਾਂ ਨੇ ਸਿੱਖਾਂ ਦੇ ਅੰਦਰੋਂ ਕੱਢ ਦਿੱਤੇ। 200 ਤੋਂ ਵੱਧ ਸਾਲ ਦਾ ਇੱਕ ਲੰਮਾ ਪੀਰੀਅਡ ਮੰਨਿਆ ਜਾਂਦਾ ਹੈ ਇਹ, ਜਿਹੜਾ ਧੰਨ ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕਰਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਤੱਕ ਦਾ। ਇੰਨੇ ਲੰਮੇ ਸਮੇਂ ਦੇ ਦੌਰਾਨ ਸਾਧ ਸੰਗਤ ਸਤਿਗੁਰਾਂ ਨੇ ਕਈ ਤਰ੍ਹਾਂ ਦੇ ਭੁਲੇਖੇ, ਵਹਿਮ ਭਰਮ ਸਿੱਖਾਂ ਦੇ ਅੰਦਰੋਂ ਨਿਵਰਤ ਕੀਤੇ, ਮੁਕਾ ਦਿੱਤੇ। ਪਰ ਉਸ ਵਕਤ ਵੀ ਕਿ ਸਤਿਗੁਰ ਪਾਤਸ਼ਾਹ ਜੀ ਗੁਰਤਾ ਗੱਦੀ ਦੀ ਜ਼ਿੰਮੇਵਾਰੀ ਦੇਣ ਲੱਗਿਆ ਨਾਰੀਅਲ ਜਾਂ 5 ਪੈਸੇ ਦੀ ਗੱਲ ਕਰਨਗੇ। ਚਲੋ ਖੈਰ, ਸਿਰਫ ਗੱਲ ਸਮਝਣ ਦੇ ਲਈ ਸਾਧ ਸੰਗਤ ਜੀ ਕਿ ਸਤਿਗੁਰ ਪਾਤਸ਼ਾਹ ਜੀ ਨੇ
ਭਾਈ ਗੁਰਦਿੱਤਾ ਦੇ ਹੱਥ ਇਹ ਪੈਗਾਮ, ਇਹ ਲਿਖਤੀ ਸੰਦੇਸ਼ ਭੇਜਿਆ ਕਿ ਅੱਜ ਤੋਂ ਬਾਅਦ ਗੁਰਤਾ ਗੱਦੀ ਦੀ ਜ਼ਿੰਮੇਵਾਰੀ ਧੰਨ ਗੁਰੂ ਗੋਬਿੰਦ ਰਾਏ ਜੀ ਦੀ ਹੈ। ਅਜੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਗੁਰੂ ਗੋਬਿੰਦ ਸਿੰਘ ਜੀ ਨਹੀਂ ਬਣੇ, ਉਹ 1699 ਦੀ ਵਿਸਾਖੀ ਨੂੰ ਗੁਰੂ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਬਣੇ ਨੇ। ਪਰ ਸਤਿਗੁਰੂ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਜਿਹੜੀ ਦੂਜੀ ਮਨੋਤ ਹੈ ਇਤਿਹਾਸ ਦੇ ਅੰਦਰ, ਉਹ ਇਹ ਹੈ ਕਿ ਪਾਤਸ਼ਾਹ ਜੀ ਨੇ ਇੱਥੇ ਭਾਈ ਗੁਰਦਿੱਤਾ ਜੀ ਦੇ ਹੱਥ ਲਿਖਤੀ ਪੈਗਾਮ ਭੇਜਿਆ ਕਿ ਅੱਜ ਤੋਂ ਬਾਅਦ ਗੁਰਤਾ ਗੱਦੀ ਦੀ ਜ਼ਿੰਮੇਵਾਰੀ ਜਿਹੜੀ ਹੈ ਉਹ ਗੋਬਿੰਦ ਰਾਏ ਜੀ ਸੰਭਾਲਣਗੇ। ਗੁਰੂ ਨਾਨਕ ਪਾਤਸ਼ਾਹ ਜੀ ਦੀ ਗੁਰਤਾ ਗੱਦੀ ਦੀ ਜ਼ਿੰਮੇਵਾਰੀ ਦਸਮ ਪਿਤਾ ਧੰਨ ਗੁਰੂ ਗੋਬਿੰਦ ਰਾਏ ਜੀ ਨੂੰ ਬਖਸ਼ਿਸ਼ ਕੀਤੀ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ। ਸੋ ਸਾਧ ਸੰਗਤ ਜੀ, ਦੋ ਤਰ੍ਹਾਂ ਦੀਆਂ ਮਨੋਤਾਂ ਨੇ। ਅਸੀਂ ਇਸੇ ਕਰਕੇ, ਕਿਉਂਕਿ ਸਾਹਿਬਾਂ ਦੀ ਪਾਵਨ ਸ਼ਹਾਦਤ ਤੋਂ ਤਕਰੀਬਨ 2 ਦਿਨ ਪਹਿਲਾਂ ਸਾਹਿਬਾਂ ਦਾ ਗੁਰਤਾ ਗੱਦੀ ਦਿਵਸ ਇਸੇ ਕਰਕੇ ਮਨਾਉਂਦੇ ਹਾਂ, ਕਿਉਂਕਿ ਇਹ ਮਨੋਤ ਉਹੀ ਮਨੋਤ ਹੈ ਜਿਹੜੀ ਭਾਈ ਗੁਰਦਿੱਤਾ ਜੀ ਨੂੰ ਸਤਿਗੁਰਾਂ ਨੇ ਲਿਖਤੀ ਪੈਗਾਮ ਦੇ ਕੇ ਭੇਜਿਆ ਸੀ ਵੀ ਜਾਓ ਅੱਜ ਤੋਂ ਬਾਅਦ ਅਨੰਦਪੁਰ ਸਾਹਿਬ ਜੀ ਦੀ ਧਰਤੀ ਤੇ ਜਾ ਕੇ ਇਹ ਚਿੱਠੀ ਪਰਿਵਾਰ ਨੂੰ ਦੇਣੀ, ਗੋਬਿੰਦ ਰਾਏ ਨੂੰ ਦੇਣੀ, ਤੇ ਨਾਲ ਉਹਨਾਂ ਦੀ ਜਿਹੜੀ ਗੁਰਤਾ ਗੱਦੀ ਦੀ ਰਸਮ ਹੈ ਉਹ ਤੁਸੀਂ ਨਿਭਾਣੀ। ਧੰਨ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਨੇ ਗੁਰਤਾ ਗੱਦੀ ਦੀ ਜ਼ਿੰਮੇਵਾਰੀ ਦੀ ਉਹ ਚਿੱਠੀ, ਉਹ ਪੈਗਾਮ, ਉਹ ਸੰਦੇਸ਼ ਆਪਣੇ ਪਰਿਵਾਰ ਦੇ ਨਾਮ ਗੋਬਿੰਦ ਰਾਏ ਦੇ ਨਾਮ ਭੇਜਿਆ। ਉਹਦੇ ਅਨੁਸਾਰ ਸਤਿਗੁਰਾਂ ਨੂੰ ਗੁਰਤਾ ਗੱਦੀ ਜਿਹੜੀ ਹੈ ਉਹ ਅੱਜ ਦੇ ਦਿਨ ਸਤਿਗੁਰਾਂ ਦੀ ਸ਼ਹਾਦਤ ਤੋਂ 2 ਦਿਨ ਪਹਿਲਾਂ ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਨੂੰ ਗੁਰਤਾ ਗੱਦੀ ਦੀ ਜ਼ਿੰਮੇਵਾਰੀ ਦਿੱਤੀ ਜਾਂਦੀ ਹੈ। ਔਰ ਸਮੁੱਚੇ ਪੰਥ ਅੰਦਰ ਇਸ ਦਿਨ ਨੂੰ ਮਾਨਤਾ ਦਿੱਤੀ ਗਈ, ਇਸ ਦਿਨ ਨੂੰ ਮਨਾਇਆ ਜਾਂਦਾ ਹੈ। ਪਰ ਜੇ ਪ੍ਰਿੰਸੀਪਲ ਸਤਬੀਰ ਸਿੰਘ ਦੀ ਲਿਖਤੀ ਦਸਤਾਵੇਜ਼ਾਂ ਦੀ ਗੱਲ ਕਰੀਏ, ਉਹਦੇ ਅਨੁਸਾਰ ਮਈ, ਜੂਨ, ਜੁਲਾਈ ਦਾ ਮਹੀਨਾ, ਪਰ ਜੂਨ ਜਾਂ ਜੁਲਾਈ ਦੇ ਮਹੀਨੇ ਦੀ ਅਰਬ ਦਾ ਜੂਨ ਦੀ ਸਮਾਪਤੀ, ਇਹ ਸਮਾਂ ਬਣਦਾ ਹੈ ਜਦੋਂ ਸਤਿਗੁਰੂ ਜੀ ਅਨੰਦਪੁਰ ਸਾਹਿਬ ਜੀ ਦੇ ਕਿਲੇ ਤੋਂ ਦਿੱਲੀ ਦੀ ਧਰਤੀ ਵੱਲ ਰਵਾਨਾ ਹੋਏ ਨੇ। ਚੱਲਣ ਤੋਂ ਪਹਿਲਾਂ ਸਤਿਗੁਰੂ ਜੀ ਨੂੰ ਗੁਰਤਾ ਗੱਦੀ ਦੇ ਕੇ ਗਏ ਨੇ। ਸੋ ਸਤਿਗੁਰ ਦੀਆਂ ਇਹ 2 ਮਨੋਤਾਂ ਨੇ। ਵਿਚਾਰ ਸਾਧ ਸੰਗਤ ਇਹਨਾਂ ਮਨੋਤਾਂ ਦੀ ਨਹੀਂ, ਵਿਚਾਰ ਇਹ ਹੈ ਵੀ ਸਤਿਗੁਰੂ ਪਾਤਸ਼ਾਹ ਜੀ ਨੇ ਆਪਣੀ ਹਯਾਤੀ ਵਿੱਚ ਸਤਿਗੁਰੂ ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਨੂੰ ਗੁਰਤਾ ਗੱਦੀ ਦੀ ਜ਼ਿੰਮੇਵਾਰੀ ਦੇ ਕੇ ਆਪ ਸਤਿਗੁਰੂ ਪਾਤਸ਼ਾਹ ਜੀ ਸ਼ਹਾਦਤ ਲਈ ਗਏ ਨੇ। ਸਤਿਗੁਰਾਂ ਦੀ ਸ਼ਹਾਦਤ ਹੁੰਦੀ ਏ, ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਨਾਲ ਉਹਨਾਂ ਦੇ ਮਰਜੀਵੜੇ ਪਿਆਰੇ ਸਿੱਖਾਂ ਦੀ ਸ਼ਹਾਦਤ ਹੁੰਦੀ ਏ। ਇਸ ਤੋਂ ਬਾਅਦ ਮੇਰੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਇੱਕ ਕ੍ਰਾਂਤੀ ਲਿਆਂਦੀ, ਜਿਵੇਂ ਗੁਰੂ ਅਰਜਨ ਸਾਹਿਬ ਜੀ ਦੀ ਸ਼ਹਾਦਤ ਤੋਂ ਬਾਅਦ ਆਈ ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਵਕਤ, ਇਸੇ ਤਰ੍ਹਾਂ ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਫਿਰ ਇਸ ਜ਼ੁਲਮ ਦੀ ਤਲਵਾਰ ਨੂੰ ਰੋਕਣ ਦੇ ਲਈ, ਇਹਨਾਂ ਜ਼ੁਲਮੀਆਂ ਨੂੰ ਉਹਨਾਂ ਦੇ ਜ਼ੁਲਮ ਦਾ ਸਾਹਮਣੇ ਪ੍ਰਤੱਖ ਸਮਝਾਉਣ ਦੇ ਲਈ, ਕਿਉਂਕਿ ਸਾਧ ਸੰਗਤ ਕਈ ਵਾਰੀ ਐਸਾ ਹੁੰਦਾ ਹੈ ਤੁਸੀਂ ਸ਼ਸਤਰ ਨੂੰ ਸ਼ਾਸਤਰ ਦੇ ਨਾਲ ਨਹੀਂ ਰੋਕ ਸਕਦੇ, ਸ਼ਸਤਰ ਨੂੰ ਫਿਰ ਸ਼ਸਤਰ ਦੇ ਨਾਲ ਹੀ ਰੋਕਿਆ ਜਾ ਸਕਦਾ ਹੈ। ਜਿੰਨੀ ਦੇਰ ਤੱਕ ਸ਼ਾਸਤਰ ਨਾਲ ਰੋਕਿਆ ਜਾ ਸਕਦਾ ਸੀ ਸਤਿਗੁਰਾਂ ਨੇ ਯਤਨ ਕੀਤਾ ਹੈ, ਕਿਉਂਕਿ ਗੁਰੂ ਘਰ ਦਾ ਇਹ ਵਿਧਾਨ ਹੈ। ਬਾਬਾ ਫਰੀਦ ਸਾਹਿਬ ਜੀ ਦੇ ਬੜੇ ਪਿਆਰੇ ਬੋਲ ਨੇ, ਫਰੀਦਾ ਜੋ ਤੈ ਮਾਰਨ ਮੁਕੀਆਂ, ਤਿਨਾਂ ਨਾ ਮਾਰੇ ਕੁੰਮ, ਆਪਣੇ ਕਰ ਜਾਈਏ ਪੈਰ ਤਿਨਾਂ ਦੇ ਚੁੰਮ। ਪਰ ਨਾਲ ਇਹ ਵੀ ਵਿਧਾਨ ਹੈ, ਸੂਰਾ ਸੋ ਪਹਿਚਾਨੀਆਂ ਜੋ ਲਰੈ ਦੀਨ ਕੇ ਹੇਤ, ਪੁਰਜਾ ਪੁਰਜਾ ਕਟ ਮਰੈ ਕਬਹੂ ਨਾ ਛਾੜੇ ਖੇਤ। ਸੋ ਸਾਹਿਬ ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਨੂੰ ਇਹ ਸਾਹਿਬਾਂ ਨੇ ਜਿਹੜੀ ਗੁਰਤਾ ਗੱਦੀ ਦੀ ਜ਼ਿੰਮੇਦਾਰੀ ਦਾ ਦਸਤਾਵੇਜ਼ ਭੇਜਿਆ ਸੀ, ਉਸ ਅਨੁਸਾਰ ਸਾਹਿਬਾਂ ਦੀ ਸ਼ਹਾਦਤ ਤੋਂ 2 ਦਿਨ ਪਹਿਲਾਂ ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਉਹ ਗੁਰਤਾ ਗੱਦੀ ਦੀ ਜ਼ਿੰਮੇਦਾਰੀ ਨੂੰ ਸੰਭਾਲਦੇ ਨੇ। ਸੋ ਆਪ ਸਭਨਾਂ ਨੂੰ ਸਾਹਿਬਾਂ ਦੇ ਗੁਰਤਾ ਗੱਦੀ ਦਿਵਸ ਦੀਆਂ ਵਧਾਈਆਂ। ਔਰ ਆਉਣ ਵਾਲੇ ਦਿਨਾਂ ਵਿੱਚ ਸਾਹਿਬ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ ਸ਼ਹਾਦਤ ਦਾ ਦਿਨ ਆ ਰਿਹਾ ਹੈ। ਆਪਾਂ ਇਸ ਬਾਬਤ ਬੜੀਆਂ ਵਡਮੁੱਲੀਆਂ ਵਿਚਾਰਾਂ ਰਲ ਮਿਲ ਕੇ ਸਾਂਝੀਆਂ ਕਰਾਂਗੇ। ਹੋਈਆਂ ਗਲਤੀਆਂ ਸਾਧ ਸੰਗਤ ਜੀ ਬਖਸ਼ ਲੈਣੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ